ਚੰਡੀਗੜ੍ਹ ਵਿਖੇ ਅੱਜ ਇੱਕ ਖਾਸ ਮੀਟਿੰਗ ਰੱਖੀ ਗਈ ਹੈ ਔਰ ਮੁੱਦਾ ਜਿਹੜਾ ਹੈ ਓਬੀਸੀ ਦੇ ਆਰਕਸ਼ਣ ਨੂੰ ਲੈ ਕੇ ਉਹ ਮੁੱਦੇ ਦੇ ਉੱਪਰ ਵਿਚਾਰ ਚਰਚਾ ਕੀਤੀ ਗਈ। ਸਾਡੇ ਨਾਲ ਇਸ ਵੇਲੇ ਗੱਲ ਕਰਨ ਦੇ ਲਈ ਹੰਸਪਾਲ ਜੀ ਮੌਜੂਦ ਹੈ। ਸਰ, ਵੈਲਕਮ ਟੂ ਦ ਐਨਬੀ ਨਿਊਜ਼ ਚੈਨਲ। ਜਿਸ ਤਰੀਕੇ ਦੇ ਨਾਲ ਅੱਜ ਇੱਕ ਬੜਾ ਹੀ ਕ੍ਰੂਸ਼ੀਅਲ ਵੀ ਆਪਾਂ ਕਹਿ ਸਕਦੇ, ਬੜਾ ਇੰਪੋਰਟੈਂਟ ਮੁੱਦੇ ਦੇ ਉੱਪਰ ਅੱਜ ਇਕੱਠ ਹੋਇਆ ਸੀ ਕਾਫੀ ਸਾਰੇ ਲੋਕ। ਅਗਰ ਅੱਜ ਦੀ ਮੀਟਿੰਗ ਦੀ ਗੱਲ ਕੀਤੀ ਜਾਵੇ, ਇਸ ਮੁੱਦੇ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰੀਕੇ ਦੇ ਵਿਚਾਰ ਰੱਖੇ ਗਏ ਨੇ ਔਰ ਕਿਸ ਤਰੀਕੇ ਦੀਆਂ ਹੁਣ ਸੁਝਾਅ ਦਿੱਤੇ ਗਏ ਨੇ ਔਰ ਅੱਗੇ ਕੀ ਹੋਣ ਵਾਲਾ ਔਰ ਕਿਸ ਤਰੀਕੇ ਦੀ ਪੂਰੀ ਮੁਹਿੰਮ ਰਹੇਗੀ ਤੁਹਾਡੇ ਵੱਲੋਂ ਹੁਣ? ਇਹ ਤੇ ਬੜੀ ਲੰਬੀ ਬਹੁਤ ਦੇਰ ਤੋਂ ਓਬੀਸੀ ਦਾ ਚਰਚਾ ਚੱਲ ਰਿਹਾ। ਜੇ ਬਹੁਤ ਪਿੱਛੇ ਨਾ ਵੀ ਜਾਵਾਂ ਤੇ ਤੁਹਾਨੂੰ ਪਤਾ ਵੀਪੀ ਸਿੰਘ ਦੀ ਸਰਕਾਰ ਹੀ ਇਸ ਗੱਲ ਕਰਕੇ ਚਲੀ ਗਈ ਸੀ। ਵੀਪੀ ਸਿੰਘ ਹਰਾਂ ਨੇ ਮੰਡਲ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਵਾਸਤੇ ਬੜਾ ਸਿਰ ਧਰਦਾ ਪੂਰਾ ਜ਼ੋਰ ਲਗਾਤਾ ਸੀ ਆਪਣਾ। ਤੇ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਬਹੁਤ ਸਾਰੇ ਕੀ ਸਰਕਮਸਟੈਂਸਸ ਹੋ ਗਏ ਤੇ ਸਰਕਾਰ ਚਲੀ ਗਈ ਉਹਨਾਂ ਦੀ। ਇਹ ਮੁੱਦਾ ਤੇ ਬਹੁਤ ਇੰਪੋਰਟੈਂਟ ਹੈ, ਬਹੁਤ ਇਹਨੂੰ ਇੱਦਾਂ ਕਹਿ ਲਈਏ ਜੇ ਸਾਰੇ ਹਿੰਦੁਸਤਾਨ 'ਚ ਅਗਰ ਮੇਰੇ ਅੰਦਾਜ਼ੇ ਦੇ ਮੁਤਾਬਕ 56-57% OBC ਪੋਪੂਲੇਸ਼ਨ ਹੈਗੀ ਹੈ, ਲੇਕਿਨ ਸਮਹਾਓ ਕਿਤੇ ਉਹ ਹੈਡਵੇ ਨਹੀਂ ਬਣ ਸਕਿਆ। ਕਿਸੇ ਤਰ੍ਹਾਂ ਵੀ ਕੋਈ ਇਹ ਗੱਲ ਇਹੋ ਜਿਹੀ ਨਹੀਂ ਹੋ ਸਕੀ ਕਿ ਉਹਦੇ ਨਾਲ ਕਿਸੇ ਲੌਜੀਕਲ ਕਨਕਲੂਜਨ 'ਤੇ ਇਸ ਗੱਲ ਨੂੰ ਪਹੁੰਚਾਇਆ ਜਾ ਸਕੇ। ਇਹੋ ਜਿਹੀ ਗੱਲ ਹੋ ਨਹੀਂ ਸਕੀ ਅਜੇ ਤੱਕ। ਤੇ ਉਹਦੇ ਵਾਸਤੇ ਹੁਣੇ ਮੁਲਤਾਨੀ ਜੀ ਨੇ, ਰਣੌਤਾ ਜੀ ਨੇ, ਇਹਨਾਂ ਨੇ ਕੁਛ ਸ਼ੁਰੂ ਕੀਤਾ, ਮੈਨੂੰ ਕਿਹਾ ਤੇ ਫਿਰ ਮੈਂ ਅੱਜ ਇੱਥੇ ਉਚੇਚਾ ਆ ਗਿਆ ਇਸ ਕਰਕੇ। ਕੁਝ ਪਰਸੈਂਟੇਜ ਦੀ ਵੀ ਗੱਲ ਜਿਹੜੀ ਅੱਜ ਕੀਤੀ ਜਾ ਰਹੀ ਸੀ ਕਿ 25% ਹੈ, 29% ਹੈ ਔਰ ਕਈ ਸਟੇਟਸ ਵਿੱਚ ਬਹੁਤ ਜ਼ਿਆਦਾ ਹੈ। ਸੋ ਇਹ ਹਾਲ ਫਿਲਹਾਲ ਦੀ ਅਗਰ ਇਸ ਸਿਚੁਏਸ਼ਨ ਦੀ ਗੱਲ ਕੀਤੀ ਜਾਵੇ, ਇੱਥੇ ਕਿੰਨਾ ਦਿੱਤਾ ਜਾ ਰਿਹਾ, ਕਿੰਨੀ ਦੀ ਮੰਗ ਕੀਤੀ ਜਾ ਰਹੀ ਹੈ ਔਰ ਕਿੰਨਾ ਅਲੱਗ-ਅਲੱਗ ਸਟੇਟਸ ਵਿੱਚ ਕਿਸ ਤਰੀਕੇ ਦਾ ਡਾਟਾ ਹੈ? ਇਹ ਕੁਝ ਟੈਕਨੀਕਲ ਜਿਹੀਆਂ ਗੱਲਾਂ ਨੇ। ਇੱਕ ਸ਼ਾਇਦ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਇਸ ਗੱਲ ਦਾ ਕਿ ਸ਼ਾਇਦ 50% ਸੁਪਰੀਮ ਕੋਰਟ ਦਾ ਸ਼ਾਇਦ ਆਰਡਰਸ ਨੇ ਕੋਈ ਕਿ 50% ਤੋਂ ਉੱਤੇ ਰਿਜ਼ਰਵੇਸ਼ਨ ਜਾ ਨਹੀਂ ਸਕਦੀ। ਤੇ ਜਿਹੜੀ ਇਹਨਾਂ ਨੇ ਕੈਲਕੂਲੇਟ ਕੀਤੀ ਹੈ, ਮੈਨੂੰ ਉਸ ਕੈਲਕੂਲੇਸ਼ਨ ਦਾ ਬਹੁਤ ਡਿਟੇਲ ਤੇ ਨਹੀਂ ਪਤਾ, ਲੇਕਿਨ 27% ਤੱਕ ਜਿਹੜਾ ਨਾ OBC ਉਹਦੇ ਵਿੱਚ ਆ ਸਕਦਾ। 27% ਕਰਕੇ ਫਿਰ ਉਹ 50% ਤੋਂ ਉੱਪਰ ਨਹੀਂ ਜਾਂਦੇ, ਇਸ ਕਰਕੇ 27% ਮੰਗਿਆ ਜਾ ਰਿਹਾ। ਡੈਫੀਨੇਟਲੀ ਅੱਜ ਸਭ ਤੋਂ ਜਿਹੜਾ ਮੇਨ ਇੱਥੇ ਡਿਸੀਜਨ ਹੋਇਆ ਇਸ ਕਮੇਟੀ ਅੱਜ ਦੀ ਮੀਟਿੰਗ ਵਿੱਚ ਉਹ ਇਹ ਹੀ ਹੈਗਾ ਕਿ ਸਾਨੂੰ ਲੀਗਲ ਬੈਟਲ ਲੜਨੀ ਚਾਹੀਦੀ ਹੈ। ਹਾਈ ਕੋਰਟ ਜਾਣਾ ਪਏਗਾ ਜਾਂ ਸੁਪਰੀਮ ਕੋਰਟ ਜਾਣਾ ਪਏਗਾ, ਜਿੱਥੇ ਵੀ ਜਾਣਾ ਪਿਆ ਜਾਇਆ ਜਾਵੇ। ਅਤੇ ਕੁਛ ਲੀਗਲ ਲਿਊਮਨਰੀਜ਼ ਨੂੰ, ਕੌਨਸਟੀਟਿਊਸ਼ਨਲ ਐਕਸਪਰਟਸ ਨੂੰ, ਕੁਛ ਰਿਟਾਇਰਡ ਜੱਜਿਸ ਹੈਗੇ ਨੇ, ਉਹਨਾਂ ਦੀ ਇੱਕ ਕਮੇਟੀ ਬਣਾ ਕੇ, ਕਿਉਂਕਿ ਆਮ ਬੰਦਾ ਮੇਰੇ ਵਰਗਾ ਕੋਈ ਬੰਦਾ ਇਹਨਾਂ ਗੱਲਾਂ ਦਾ ਐਕਸਪਰਟ ਤਾਂ ਹੈ ਨਹੀਂ, ਲੇਕਿਨ ਉਹਨਾਂ ਦੀ ਕਮੇਟੀ ਬਣਾ ਕੇ ਅਤੇ ਉਹਨਾਂ ਕੋਲੋਂ ਸਾਰੀ ਇਹਦੀ ਹੈਡਵੇ ਮਤਲਬ ਇਹਦੇ ਅੱਗੇ ਤੁਰਿਆ ਜਾਵੇ, ਹੋਰ ਜਾਇਆ ਜਾਏ, ਕੋਰਟਾਂ 'ਚ ਜਾਇਆ ਜਾਵੇ। ਇਸ ਤੋਂ ਹਟ ਕੇ ਅਗਰ ਅੱਜ ਦੇ ਸਮੇਂ ਦੀ ਗੱਲ ਕੀਤੀ ਜਾਵੇ, ਜੋ ਸਿਨੈਰੀਓਜ਼ ਪੰਜਾਬ ਦੇ ਵਿੱਚ ਵੀ ਚੱਲ ਰਹੇ ਨੇ, ਹਾਲ ਹੀ ਵਿੱਚ ਸਰਕਾਰ ਦਾ ਬਜਟ ਵੀ ਪੇਸ਼ ਹੋ ਕੇ ਹਟਿਆ ਹੈ, ਕਿਵੇਂ ਤੁਸੀਂ ਦੇਖਦੇ ਹੋ? ਕਿਉਂਕਿ ਕਾਂਗਰਸ ਦੇ ਪ੍ਰਧਾਨ ਰਹੇ ਹੋ, ਪੰਜਾਬ ਦੇ ਵੀ ਫਾਰਮਰ ਰਾਜ ਸਭਾ ਮੈਂਬਰ ਰਹੇ ਹੋ, ਕਿਸ ਤਰੀਕੇ ਦੇ ਨਾਲ ਤੁਸੀਂ ਦੇਖਦੇ ਹੋ? ਕਿਉਂਕਿ ਤਜਰਬਾ ਤੁਹਾਡਾ ਕਾਫੀ ਹੈ ਰਾਜਨੀਤੀ ਦਾ। ਤੁਸੀਂ ਮੈਨੂੰ ਇਹ ਕੁਐਸਚਨ ਨਹੀਂ ਪੁੱਛ ਸਕਦੇ ਹੋ ਸਿੱਧਾ ਕਿ ਤੂੰ ਆਪ ਪਾਰਟੀ ਕਿਉਂ ਜੁਆਇਨ ਕੀਤੀ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਤੁਹਾਨੂੰ ਥੋੜ੍ਹਾ ਜਿਹਾ ਟਾਈਮ ਲੈ ਕੇ ਦੱਸਦਾ ਕਿ ਜਦੋਂ ਮੈਂ ਰਾਜ ਸਭਾ ਦਾ ਮੈਂਬਰ 1980 'ਚ ਬਣਿਆ ਅਤੇ ਮੇਰਾ 1 ਰੁਪਇਆ ਨਹੀਂ ਖਰਚ ਹੋਇਆ। ਉਸ ਤੋਂ ਬਾਅਦ 1986 'ਚ ਮੈਂ ਦੁਬਾਰਾ ਬਣਿਆ, ਰਾਜੀਵ ਗਾਂਧੀ ਨੇ ਮੈਨੂੰ ਬਣਾਇਆ, ਪਹਿਲੀ ਵਾਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਬਣਾਇਆ। ਅਤੇ 1986 ਜਦੋਂ ਬਣੇ ਨਾ, ਉਦੋਂ ਸਾਡੇ ਕੋਲ 32 ਵੋਟ ਸਨ ਰਾਜ ਸਭਾ ਦੇ MPs MLAs ਜਿਹੜੇ ਜਿਨ੍ਹਾਂ ਨੇ ਵੋਟ ਕਰਨਾ ਸੀ ਰਾਜ ਸਭਾ ਦੇ ਮੈਂਬਰ ਵਾਸਤੇ। ਸਾਨੂੰ 38 ਚਾਹੀਦੇ ਸਨ। ਆਈ ਮੈਨੇਜ 6 votes ਅਪਾਰਟ ਫਰੋਮ 32 ਆਫ ਕਾਂਗਰਸ। ਮੇਰਾ 1 ਰੁਪਇਆ ਨਹੀਂ ਕਿਤੇ ਖਰਚ ਹੋਇਆ। ਇਜ਼ ਇਟ ਪੋਸੀਬਲ ਟੂਡੇ? ਇਹ ਸਵਾਲ ਦਾ ਜਵਾਬ ਤੁਸੀਂ ਲੱਭੋ ਤਾਂ ਦੱਸੋ। ਕਹਿਣ ਦਾ ਮੇਰਾ ਮਤਲਬ ਹੈ ਕਿ ਇਹ ਗੱਲ ਅੱਜ ਮੈਂ ਹੋਰ ਐਕਸਪਲੇਨ ਇਸ ਤਰ੍ਹਾਂ ਕਰਦਾ ਕਿ ਮੇਰੇ ਹਿਸਾਬ ਨਾਲ ਮੁਲਕ ਦੇ 2 ਹੀ ਪ੍ਰੋਬਲਮਸ ਨੇ। ਵਨ ਇਜ਼ ਕਰਪਸ਼ਨ ਐਂਡ ਅਨਦਰ ਇਜ਼ ਪਾਪੂਲੇਸ਼ਨ। ਹੋਰ ਕੋਈ ਪ੍ਰੋਬਲਮ ਨਹੀਂ ਹੈਗੀ। ਇਹ ਜਿਹੜੀ ਕਰਪਸ਼ਨ ਅਤੇ ਪਾਪੂਲੇਸ਼ਨ ਦੋਵੇਂ ਆਈਆਂ ਨੇ ਓਵਰ ਅ ਪੀਰੀਅਡ ਆਫ 30-40 ਈਅਰਸ 'ਚ ਆਈਆਂ ਨੇ। ਜੇ ਮੈਂ 80 ਤੋਂ ਗੱਲ ਕਰਾਂ ਤਾਂ ਅੱਜ 22 ਹੋ ਗਈ ਹੈ ਅਤੇ ਕਿੰਨੇ ਸਾਲ 62 ਸਾਲ ਬਣ ਜਾਂਦੇ ਨੇ ਮੇਰੇ ਖਿਆਲ 80 ਤੋਂ 42 ਸਾਲ ਬਣ ਜਾਂਦੇ ਨੇ। ਅਤੇ ਉਹ ਆਪ ਪਾਰਟੀ 'ਚ ਮੈਂ ਇਹ ਉਮੀਦ ਕਰਦਾ ਔਰ ਮੈਂ ਸੋਚਦਾ ਕਿ ਜੇ ਮੈਂ 100% ਨਹੀਂ ਕਹਿ ਸਕਦਾ, ਕੰਪੈਰੇਟਿਵਲੀ ਇਮਾਨਦਾਰ ਪਾਰਟੀ ਆ। ਤਾਂ ਉਹਨੂੰ ਟਾਈਮ ਦਿਓ। ਮੈਂ ਸਮਝਦਾ ਘੱਟ ਤੋਂ ਘੱਟ
ਇੱਕ ਸਾਲ ਇਸ ਗੱਲ ਵਾਸਤੇ ਦੇਣਾ ਵੈਸੇ ਤਾਂ 5 ਸਾਲ ਦਿੱਤੇ ਨੇ ਲੋਕਾਂ ਨੇ ਜੋ 5 ਸਾਲ ਆਪਣਾ ਕੰਮ ਕਰਨ ਲੇਕਿਨ 1 ਸਾਲ ਤੋਂ ਬਾਅਦ ਤੁਸੀਂ ਉਹ 'ਤੇ ਇਤਰਾਜ਼ ਕਰੋ ਤੁਸੀਂ ਉਹ 'ਤੇ ਕ੍ਰਿਟਿਸਾਈਜ਼ ਕਰੋ ਤਾਂ ਗੱਲ ਬਣਦੀ ਹੈ ਲੇਕਿਨ ਤੁਸੀਂ 3 ਮਹੀਨਿਆਂ ਬਾਅਦ ਕ੍ਰਿਟਿਸਾਈਜ਼ ਕਰੋ ਇਹ ਕੋਈ ਵਧੀਆ ਗੱਲ ਨਹੀਂ ਹੈਗੀ ਨਾ ਕਾਂਗਰਸ ਦੀ ਤੇ ਨਾ ਹੋਰ ਦੂਜੀਆਂ ਪਾਰਟੀਆਂ ਦੀ ਉਹ ਮੈਂ ਉਹਦੇ ਗੱਲ ਬਹੁਤ ਐਕਸਪਰਟ ਨਹੀਂ ਹੈਗਾ ਜਿਸ ਤਰ੍ਹਾਂ ਇਹ ਦੱਸ ਰਹੇ ਨੇ ਕਿ 22% ਅੱਗੇ ਆਲਰੇਡੀ ਰਿਜ਼ਰਵੇਸ਼ਨ ਐਸਸੀ ਬੀਸੀ ਦੀ ਐਸਸੀ ਐਸਟੀ ਦੀ ਹੈਗੀ ਹੈ ਆਲਰੇਡੀ 22.5% ਤੇ 27 ਉਹਦੇ ਜੋੜਤਾ ਜਾਏ ਤੇ ਉਹ 50 ਤੋਂ ਘੱਟ ਰਹਿ ਜਾਂਦਾ ਤਾਂ 27 ਦੀ ਫਿਗਰ ਆਈ ਹੈ ਐਸਾ ਮੈਂ ਮਹਿਸੂਸ ਕਰਦਾ ਜੋ ਮੈਂ ਜਿੰਨੀ ਕਿ ਮੇਰੇ ਕੋਲ ਇਸ ਦੀ ਨੌਲੇਜ ਹੈਗੀ ਹੈ ਤੇ ਸਰ ਨੇ ਗੱਲ ਕਰਨ ਦੇ ਲਈ ਹੰਸਪਾਲ ਸਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਕਿਸ ਤਰੀਕੇ ਦੇ ਨਾਲ ਰਿਜ਼ਰਵੇਸ਼ਨ ਨੂੰ ਲੈ ਕੇ ਹੁਣ ਕੋਰਟ ਦਾ ਰੁਖ ਕੀਤਾ ਜਾਏਗਾ ਇਸ ਦੇ ਨਾਲ ਹੀ ਅਗਰ ਕਰੰਟ ਸਿਨੈਰੀਓਜ਼ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਹੈ ਕਿ ਜਨਤਾ ਨੇ ਤੇ 5 ਸਾਲ ਦਿੱਤੇ ਤੇ ਪਾਰਟੀ ਨੂੰ ਐਟਲੀਸਟ ਸਾਲ ਦੇਣਾ ਚਾਹੀਦਾ ਹੈ ਕਿਉਂਕਿ ਕਮ 3 ਮਹੀਨੇ ਚ ਨਹੀਂ ਸਮਾਂ ਜ਼ਰੂਰ ਲੱਗਦਾ ਲੇਕਿਨ ਪੰਜਾਬ ਦੇ ਵਿੱਚ ਬਦਲਾਵ ਹੋਵੇਗਾ ਕੈਮਰਾਮੈਨ ਅਲਜਿੰਦਰ ਦੇ ਨਾਲ ਅਮਨਪ੍ਰੀਤ ਕੌਰ ANB ਚੰਡੀਗੜ੍ਹ